ਇਤਿਹਾਸਕ ਕਿਲਿਆਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ। सतगुरु पातशाह महाराज जिन्ना चिर आनंदपुर साहब रहे जितया नहीं गया सी किला, एडा मजबूत किला सी। ये सतगुरु पातशाह महाराज जी दी ਸਿੰਘਾਂ ਦੀ ਲਾਸਾਨੀ बहादरी का प्रतीक है। जिन्हां किलियां च दसम पातशाह ने अनेकां जंगां लड़ियां। भाई उदय सिंह जी ने राजे केसरी चंद का सिर वड्ढिया, वड्ढ के नेजे ते टंग के तीसरा किला फतेहगढ़ साहब पेश किया श्री गुरु गोबिंद सिंह महाराज चरणों में। जिन्हां किलियां चों रणजीत नगारे दी चोट सुन पहाड़ी राजियां दे कंबे सी हिरदे। आनंदपुर साहब दे 5 किलियां दा शाना मता इतिहास। तिलक जंजू दे राखे 9वें पातशाह साहिब श्री गुरु तेग बहादुर जी ने 19 जून सन 1665 ईस्वी ਨੂੰ राजा दीप चंद दी राणी चंपा दे पासों ਚੱਕ माता नानकी भाव श्री आनंदपुर साहब दी धरती ਨੂੰ ਮੁੱਲ खरीद के ਵਸਾਉਣਾ ਕੀਤਾ। ਇਸੇ ਹੀ ਧਰਤ ਸੁਹਾਵੀ ਤੇ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਮੁੱਚੇ ਖਾਲਸੇ ਪੰਥ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਹੋਣ ਦਾ ਮਾਣ ਬਖਸ਼ਿਆ। ਆਨੰਦਪੁਰ ਸਾਹਿਬ ਦੀ ਧਰਤ ਸੁਹਾਵੀ ਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ 5 ਕਿਲਿਆਂ ਦਾ ਨਿਰਮਾਣ ਕਰਵਾਇਆ ਤੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ 5 ਕਿਲਿਆਂ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। दरिया सतलुज ते शिवालिक दियां पहाड़ियां दरमियान कुदरती नज़ारियां भरपूर बहुत ही रमणीक मन लुभावना दृश्य है। खालसे दी साजना भूमि तख्त श्री केसगढ़ साहब श्री आनंदपुर साहब दा। इस पवित्र धरती ते ही 9वें गुरुदेव श्री गुरु तेग बहादुर जी ते बाल गोबिंद राय दा पहली बार मिलाप होया। औरंगजेब दी जुल्मों सितम दे सताए हुए कश्मीरी पंडित अपने धर्म दी रखिया वास्ते फरियादी बन के श्री गुरु तेग बहादुर जी दे दरबार विच इत्थे ही हाजिर हुंदे हन। इस इतिहासक अस्थान तो बाल गोबिंद राय अपने गुरु पिता गुरु तेग बहादुर साहब नूं धर्म रखिया ते धार्मिक सुतंत्रता वास्ते 1675 ईस्वी च कुर्बानी देण लई तुरदे हन। दशमेश पिता गुरु गोबिंद सिंह जी 9 साल दी उम्र च 10वें नानक दे रूप च गुरगद्दी ते विराजमान भी इसे सुहावी धरती ते हुंदे हन। गुरु गोबिंद सिंह जी अपनी संसारिक यात्रा दा वड्डा हिस्सा इत्थे ही अलौकिक दैवी मिशन दी पूर्ति प्राप्ति वास्ते गुजारदे सन। साहिब श्री गुरु तेग बहादुर जी दे पावन सीस दा संस्कार भी इस महान धरत सुहावी ते कीता गया। साहिब श्री गुरु गोबिंद सिंह जी पंगाणी युद्ध जितण उपरंत ਚੱਕ ਮਾਤਾ ਨਾਨਕੀ ਆਏ ਤਾਂ ਯੁੱਧ ਦ੍ਰਿਸ਼ਟੀ ਨੂੰ ਸਨਮੁਖ ਰੱਖਦਿਆਂ 30 ਮਾਰਚ 1699 ਨੂੰ ਆਨੰਦਗੜ੍ਹ ਸਾਹਿਬ ਨਾਮ ਦੇ ਕਿਲੇ ਦਾ ਨਿਰਮਾਣ ਕਰਵਾਇਆ, ਜਿਸ ਤੋਂ ਆਨੰਦਪੁਰ ਸਾਹਿਬ ਦਾ ਨਾਂ ਜਗਤ ਪ੍ਰਸਿੱਧ ਹੋਇਆ। ਪਹਾੜੀ ਤੇ ਮੁਗਲ ਹਾਕਮ ਕਈ ਵਾਰ ਸ਼੍ਰੀ ਆਨੰਦਪੁਰ ਸਾਹਿਬ ਤੇ ਹਮਲਾਵਰ ਹੁੰਦੇ ਰਹੇ। ਆਨੰਦਪੁਰ ਸਾਹਿਬ ਦੀ ਇਹ ਜਿਹੜੀ ਧਰਤੀ ਹੈ, ਭਾਵੇਂ ਚੰਪਾ ਰਾਣੀ ਨੇ ਇਹ 4 ਪਿੰਡ ਗੁਰੂ ਸਾਹਿਬ ਨੂੰ ਭੇਟਾ ਕੀਤੇ, ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਸਾਨੂੰ ਪਟਾ ਲਿਖ ਦਿਓ। ਕੋਈ 70,000 ਕਹਿੰਦਾ, ਕੋਈ 1.25 ਲੱਖ ਕਹਿੰਦਾ, ਉਹ ਮੁੱਲ ਵੀ ਤਾਰਿਆ। ਤੇ ਇਸ ਧਰਤੀ ਦੀ ਮਹਾਨਤਾ ਇਹ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਮੁੱਲ ਖਰੀਦੀ ਹੋਈ ਧਰਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਹੈ ਤੇ ਖਾਲਸੇ ਦੀ ਜਨਮ ਭੂਮੀ ਹੈ। 2 ਜਗ੍ਹਾ ਅੰਮ੍ਰਿਤ ਪ੍ਰਗਟ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਵੀ ਜਿਹੜੀ ਹੈ ਮੁੱਲ ਖਰੀਦੀ ਹੋਈ ਧਰਤੀ ਹੈ, ਤੇ ਆਨੰਦਪੁਰ ਸਾਹਿਬ ਦੀ ਵੀ ਧਰਤੀ ਜਿਹੜੀ ਹੈ ਉਹ ਮੁੱਲ ਖਰੀਦੀ ਹੋਈ ਧਰਤੀ ਹੈ। ਆਨੰਦਪੁਰ ਸਾਹਿਬ ਦੀਆਂ ਸਭ ਤੋਂ ਵੱਡੀ ਭੂਗੋਲਿਕ ਸਥਿਤੀ ਜਿਹੜੀ ਇਹ ਹੈ ਕਿ ਇੱਕ ਪਾਸੇ ਦਰਿਆ ਵਗਦਾ, ਇੱਕ ਪਾਸੇ ਪਹਾੜ ਨੇ ਉੱਚੇ ਉੱਚੇ, ਤੇ ਇਸ ਰਮਣੀਕ ਅਸਥਾਨ ਨੂੰ ਰਾਣੀ ਚੰਪਾ ਦੀ ਬੇਨਤੀ ਮੰਨ ਕੇ, ਬਿਲਾਸਪੁਰ ਵਾਲੀ ਰਾਣੀ ਦੀ, ਕਿ ਮਹਾਰਾਜ ਜੀ ਮੈਨੂੰ ਪਤਾ ਲੱਗਾ ਹੈ ਤੁਸੀਂ ਦੁਆਬੇ ਵਿੱਚ ਜਾਂ ਬਾਂਗਰ ਵਿੱਚ ਨਵਾਂ ਸ਼ਹਿਰ ਵਸਾਉਣ ਲੱਗੇ ਹੋ, ਪਰ ਤੁਸੀਂ ਇੱਥੇ ਹੀ ਵਸਾਓ। ਰਾਣੀ ਚੰਪਾ ਦਾ
ਪ੍ਰੇਮ ਦੇਖ ਕੇ ਇਹ ਚਾਰੇ ਪਿੰਡ ਮਹਾਰਾਜ ਜੀ ਨੇ ਕਬੂਲ ਕੀਤੇ, ਪਰ ਨਾਲ ਹੀ ਉਹਨਾਂ ਨੂੰ ਕਿਹਾ ਕਿ ਆਪਾਂ ਇਹਨਾਂ ਦੀ ਭੇਟਾ ਤਾਰ ਦਈਏ, ਪਟਾ ਲਿਖ ਦਈਏ, ਕੱਲ੍ਹ ਨੂੰ ਆਉਣ ਵਾਲੀ ਪੀੜ੍ਹੀ ਤੁਹਾਡੀ ਕੋਈ ਵੀ ਹੱਕ ਸ਼ੁਬਾ ਕਰ ਸਕਦੀ ਹੈ ਇਹਦੇ ਤੇ ਇਹ ਜੰਗ ਯੁੱਧ ਵਾਸਤੇ ਵੀ ਬਹੁਤ ਵਧੀਆ ਧਰਤੀ ਸੀ, ਭਜਨ ਕਰਨ ਵਾਸਤੇ ਵੀ ਇਹ ਬਹੁਤ ਵਧੀਆ ਧਰਤੀ ਸੀਗੀ। 1665 ਈਸਵੀ ਨੂੰ ਧੰਨ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਿਲਾਸਪੁਰ ਦੇ ਰਾਜੇ ਤੋਂ ਇਹ ਜ਼ਮੀਨ ਖੁਦ ਖਰੀਦ ਕੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਸਥਾਪਨਾ ਕੀਤੀ ਸੀ। ਇਹਦਾ ਮੁੱਢਲਾ ਨਾਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੀ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ ਉੱਪਰ ਚੱਕ ਨਾਨਕੀ ਰੱਖਿਆ ਸੀ, ਔਰ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਅਨੰਦਪੁਰ ਸਾਹਿਬ ਕੀਤਾ ਗਿਆ ਸੀ। ਇਸ ਦੀ ਇਤਿਹਾਸਕ ਮਹੱਤਤਾ ਬਹੁਤ ਵੱਡੀ ਹੈ। ਜੇ ਤੁਸੀਂ ਭੂਗੋਲਿਕ ਸਥਿਤੀ ਨਾਲ ਅਨੰਦਪੁਰ ਸਾਹਿਬ ਨੂੰ ਵੇਖੋਗੇ ਤਾਂ ਇਸ ਅਨੰਦਪੁਰ ਸਾਹਿਬ ਦੇ 3 ਪਾਸੇ ਪਹਾੜੀਆਂ ਦੇ ਨਾਲ ਘਿਰੀ ਹੋਈ ਦੂਣ ਹੈ। ਚੌਥੇ ਪਾਸੇ ਇਸ ਦੇ ਸਤਲੁਜ ਦਰਿਆ ਹੈ। ਜੇ ਅਸੀਂ ਇਤਿਹਾਸਕ ਫੌਜੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਸੁਰੱਖਿਅਤ ਥਾਂ ਜਿਹੜੀ ਫੌਜੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਾਲੀ ਉਹ ਸ਼੍ਰੀ ਅਨੰਦਪੁਰ ਸਾਹਿਬ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਜਾਣਦਿਆਂ ਹੋਇਆਂ ਇਸ ਸਥਾਨ ਦੀ ਚੋਣ ਕਰਨੀ, ਇਹ ਉਹਨਾਂ ਦੀ ਦੂਰ ਅੰਦੇਸ਼ੀ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਜੰਗੀ ਤਜਰਬਾ ਸੀ ਉਹ ਇਸ ਅਨੰਦਪੁਰ ਸਾਹਿਬ ਨੂੰ ਵਸਾਉਣ ਦੀ ਮਹਾਨਤਾ ਨੂੰ ਉਹ ਪ੍ਰਗਟ ਕਰਦਾ ਹੈ। ਔਰ ਉਸ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਸ ਇੱਥੇ ਹੀ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ, ਔਰ ਉਸ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ, ਸਤਿਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰੱਖਿਆ ਕਰਦਿਆਂ ਹੋਇਆਂ ਦਿੱਲੀ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਤੇ ਇਸ ਧਰਮ ਦੀ ਰੱਖਿਆ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਨ ਦੇ ਵਿੱਚ ਇਹ ਸੰਕਲਪ ਲਿਆ ਕਿ ਮੈਂ ਇੱਕ ਐਸਾ ਪੰਥ, ਇੱਕ ਐਸਾ ਜਿਹੜਾ ਸੀ ਉਹ ਧਰਮ ਸਾਜਾਂਗਾ ਕਿ ਜਿਹੜਾ ਦੁਨੀਆ ਦੇ ਵਿੱਚ ਇੱਕ ਵਿਲੱਖਣ ਔਰ ਗੌਰਵਮਈ ਆਪਣਾ ਇਤਿਹਾਸ ਰੱਖੇ। ਉਸ ਸੰਕਲਪ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਫੀ ਲੰਮਾ ਸਮਾਂ ਇਹ 'ਤੇ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਫਿਰ ਅਖੀਰ 1699 ਵਿਸਾਖੀ ਵਾਲੇ ਦਿਨ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਧਰਤੀ ਦੇ ਉੱਪਰ ਸਿੱਖ ਧਰਮ ਦੀ, ਖਾਲਸਾ ਪੰਥ ਦੀ ਸਥਾਪਨਾ ਕੀਤੀ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜਿੱਥੇ ਮੁਗਲਿਆ ਹਕੂਮਤ ਵੈਰ ਕਰਦੀ ਸੀ, ਉੱਚ ਜਾਤੀਆਂ ਦੇ ਹਿੰਦੂ ਘਰਾਣੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਨਫ਼ਰਤ ਨਾਲ ਦੇਖਣ ਲੱਗੇ। ਇਤਿਹਾਸ ਵਿੱਚ ਐਸਾ ਜ਼ਿਕਰ ਮਿਲਦਾ ਹੈ ਕਿ ਉਹਨਾਂ ਰਾਜਪੂਤ ਰਾਜਿਆਂ ਨੇ ਵੱਖਰਾ ਅੰਮ੍ਰਿਤ, ਵੱਖਰੇ ਲੰਗਰ ਦੀ ਸ਼ਰਤ ਰੱਖੀ ਸੀ, ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਾ ਮਨਜ਼ੂਰ ਕੀਤੀ, ਜਿਸ ਕਰਕੇ ਅਨੰਦਪੁਰ ਸਾਹਿਬ ਇੱਕ ਫੌਜੀ ਕੇਂਦਰ ਬਣਨਾ ਸ਼ੁਰੂ ਹੋ ਗਿਆ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਦਾਦਾ ਧੰਨ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਪੰਥ ਨੂੰ, ਕੌਮ ਦੇ ਅੰਦਰ ਇੱਕ ਸੰਦੇਸ਼ ਪਹੁੰਚਾਇਆ ਕਿ ਹੁਣ ਜਿੱਥੋਂ ਵੀ ਕੋਈ ਗੁਰੂ ਕਾ ਸਿੱਖ ਆਉਂਦਾ ਹੈ ਉਹ ਗੁਰੂ ਘਰ ਲਈ ਕੀਮਤੀ ਹੋਰ ਭੇਟਾ ਨਾ ਲਿਆਵੇ, ਉਹ ਆਪਣੇ ਗੁਰੂ ਘਰ ਲਈ ਕੀਮਤੀ ਤੋਂ ਕੀਮਤੀ ਸ਼ਾਸਤਰ, ਘੋੜਾ ਤੇ ਨੌਜਵਾਨੀ ਭੇਟ ਕਰੇ, ਜਿਸ ਦੇ ਨਾਲ ਗੁਰੂ ਘਰ ਦੇ ਅੰਦਰ, ਅਨੰਦਪੁਰ ਸਾਹਿਬ ਦੇ ਅੰਦਰ ਫੌਜੀ ਸ਼ਾਸਤਰਾਂ ਦਾ, ਘੋੜਿਆਂ ਦਾ ਤੇ ਸਿੱਖ ਫੌਜਾਂ ਦਾ ਇੱਕ ਵੱਡਾ ਕੇਂਦਰ ਸਥਾਪਿਤ ਹੋ ਗਿਆ। ਜਿਸ ਤੋਂ ਪਰੇਸ਼ਾਨ ਹੋ ਕੇ ਮੁਗਲਿਆ ਹਕੂਮਤ ਔਰੰਗਜ਼ੇਬ ਦੇ ਹੁਕਮਾਂ ਦੇ ਉੱਪਰ ਪਹਿਲਾਂ ਪਹਾੜੀ ਰਾਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨਿੱਕੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਫਿਰ ਕੁਝ ਸਮੇਂ ਬਾਅਦ ਮਾਤਾ ਜੀ ਦੇ ਕਹਿਣ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਤਿਆਗ ਵੀ ਕੀਤਾ, ਇੱਥੋਂ ਪੌਂਟਾ ਸਾਹਿਬ ਚਲੇ ਗਏ। ਇਸੇ ਹੀ ਧਰਤੀ ਤੇ ਮਸੰਦ ਪ੍ਰਥਾ ਨੂੰ ਸਮਾਪਤ ਕਰ
ਸਿੱਖ ਸੰਗਤਾਂ ਨੂੰ ਸਿੱਧਾ ਗੁਰੂ ਪੰਥ ਨਾਲ ਜੋੜਿਆ ਗਿਆ। ਇਸ ਪਵਿੱਤਰ ਅਸਥਾਨ ਤੇ ਕਈ ਵਾਰ ਪਾਪ ਦੀਆਂ ਹਨੇਰੀਆਂ ਝੁੱਲੀਆਂ, ਝੱਖੜ ਆਏ, ਘੇਰਾਬੰਦੀਆਂ ਹੋਈਆਂ ਤੇ ਯੁੱਧ ਲੜੇ ਗਏ, ਪਰ ਹਰ ਵਾਰ ਸਿੱਖ ਆਪਣੇ ਆਪ ਨੂੰ ਆਨੰਦਪੁਰੀ ਦਾ ਵਾਸੀ ਹੋਣ ਦਾ ਮਾਣ ਮਹਿਸੂਸ ਕਰਦਾ ਰਿਹਾ। ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ 5 ਕਿਲਿਆਂ ਦਾ ਨਿਰਮਾਣ ਕਰਵਾਇਆ, ਉਹਨਾਂ ਦੇ ਵਿੱਚੋਂ ਸਭ ਤੋਂ ਉਚਾਈ ਤੇ ਸਭ ਤੋਂ ਮਜ਼ਬੂਤ ਤੇ ਸਭ ਤੋਂ ਵੱਡਾ ਕਿਲਾ ਸੀ ਕਿਲਾ ਆਨੰਦਗੜ੍ਹ ਸਾਹਿਬ। ਕਈ ਇਤਿਹਾਸਕਾਰ ਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਵੀ ਕਿਲਿਆਂ ਦੀ ਗਿਣਤੀ ਦੇ ਵਿੱਚ ਹੀ ਸ਼ਾਮਲ ਕਰਦੇ ਹਨ। ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਤੋਂ ਵਾਪਸ ਆ ਕੇ ਆਨੰਦਪੁਰ ਸਾਹਿਬ ਵਿਖੇ ਸਭ ਤੋਂ ਪਹਿਲਾ ਕਿਲਾ ਆਨੰਦਗੜ੍ਹ ਸਾਹਿਬ ਬਣਾਇਆ। ਇਸ ਦੀ ਭੂਗੋਲਿਕ ਸਥਿਤੀ ਐਸੀ ਸੀ ਕਿ ਦੁਸ਼ਮਣ ਕਿਸੇ ਪਾਸਿਓਂ ਵੀ ਇਸ ਦੀ ਸੁਰੱਖਿਆ ਨੂੰ ਤੋੜਨ ਲਈ ਕੋਈ ਵੀ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕਰ ਸਕਦਾ ਸੀ। ਇਹ ਕਿਲਾ ਇੱਕ ਐਸੀ ਪਹਾੜੀ ਤੇ ਉਸਾਰਿਆ ਗਿਆ ਜੋ ਇਸ ਇਲਾਕੇ ਦੀਆਂ ਪਹਾੜੀਆਂ ਤੋਂ ਸਭ ਤੋਂ ਉੱਚੀ ਸੀ। ਇਸ ਪਹਾੜੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਇਹ ਚੋਟੀ ਚਾਰੇ ਪਾਸਿਓਂ ਕਿਸੇ ਹੋਰ ਪਹਾੜੀ ਨਾਲ ਜੁੜੀ ਹੋਈ ਨਹੀਂ ਸੀ ਤੇ ਇਸ ਚੋਟੀ ਤੋਂ ਇਸ ਦੇ ਆਲੇ ਦੁਆਲੇ ਦੇ ਖੇਤਰ ਦੇ ਕਈ ਮੀਲ ਤੱਕ ਦੇ ਇਲਾਕੇ ਵਿੱਚ ਨਜ਼ਰਸਾਨੀ ਕੀਤੀ ਜਾ ਸਕਦੀ ਸੀ। ਇਸ ਤਰ੍ਹਾਂ ਕਿਲਾ ਆਨੰਦਗੜ੍ਹ ਆਨੰਦਪੁਰ ਸਾਹਿਬ ਜਾਂ ਚੱਕ ਨਾਨਕੀ ਨਗਰ ਦਾ ਇੱਕ ਐਸਾ ਸੈਨਿਕ ਕੇਂਦਰ ਸੀ ਜਿੱਥੇ ਜੰਗੀ ਖਾਲਸੇ ਦੀ ਛਾਉਣੀ ਹਮੇਸ਼ਾ ਕਾਇਮ ਰਹਿੰਦੀ ਸੀ। ਚੱਕ ਨਾਨਕੀ ਨਗਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਪਰਿਵਾਰ ਦਾ ਵਾਸਾ ਸੀ, ਜਦੋਂ ਕਿ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਜੰਗੀ ਖਾਲਸੇ ਦਾ ਕੈਂਪ ਸੀ। ਸੋ ਇਹਨਾਂ ਦੋਹਾਂ ਨਗਰ ਤੇ ਕਿਲੇ ਦੇ ਵਿਚਕਾਰ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਾਲਾ ਅਸਥਾਨ, ਜੋ ਗੁਰੂ ਸਾਹਿਬ ਦੇ ਦਰਬਾਰ ਲਗਾਉਣ ਵਾਲਾ ਤਖਤ ਸੀ, ਜਿੱਥੇ ਬੈਠ ਕੇ ਗੁਰੂ ਸਾਹਿਬ ਹੁਕਮਨਾਮਾ ਲਿਖ ਕੇ ਗੁਰਸਿੱਖ ਸੰਗਤਾਂ ਨੂੰ ਭੇਜਿਆ ਕਰਦੇ ਸਨ ਤੇ ਇਹ ਹੋਰ ਧਾਰਮਿਕ ਦੀਵਾਨ ਆਦਿ ਸਜਾਉਣ ਵਾਲਾ ਮੁੱਖ ਅਸਥਾਨ ਸੀ। ਆ ਜਿਹੜਾ ਸਾਹਮਣੇ ਸਥਾਨ ਹੈ ਇਹ ਕਿਲੇ ਦੇ ਅੰਦਰ ਹੀ ਹੈ। ਇੱਥੋਂ ਹੁਕਮਨਾਮੇ ਜਾਰੀ ਕਰਦੇ ਰਹੇ, ਇਹਨੂੰ ਤਖਤ ਵੀ ਕਿਹਾ ਜਾਂਦਾ ਹੈ। ਇਹ ਜਿਹੜਾ ਕਿਲਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਨਿੱਜੀ ਰਿਹਾਇਸ਼ ਸੀਗੀ ਤੇ ਬਾਕੀ ਕਿਲੇ ਦੇ ਆਲੇ ਦੁਆਲੇ ਵੀ ਬਹੁਤ ਵੱਡੀਆਂ ਦੀਵਾਰਾਂ ਸੀਗੀਆਂ। ਤੇ ਆਨੰਦਪੁਰ ਸਾਹਿਬ ਦੀ ਰਾਖੀ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ 5 ਕਿਲੇ ਸਥਾਪਿਤ ਕੀਤੇ ਹੋਏ ਸੀ, ਜਿਨ੍ਹਾਂ ਚੋਂ ਮੁੱਖ ਜਿਹੜਾ ਕਿਲਾ ਹੈ ਉਹ ਕਿਲਾ ਆਨੰਦਗੜ੍ਹ ਸਾਹਿਬ ਸੀ। ਆਨੰਦਗੜ੍ਹ ਸਾਹਿਬ ਦੇ ਵਿੱਚ ਹੀ ਸਾਰੀਆਂ ਮਹਾਰਾਜ ਜੀ ਦੀਆਂ ਫੌਜੀ ਜਿਹੜੀਆਂ ਸੀ ਮਸ਼ਕਾਂ ਹੁੰਦੀਆਂ ਸਨ, ਫੌਜੀ ਤਿਆਰੀਆਂ ਹੁੰਦੀਆਂ ਸਨ ਤੇ ਇਸ ਆਨੰਦਪੁਰ ਸਾਹਿਬ ਹੀ ਮੁਗਲਾਂ ਦਾ ਸਭ ਤੋਂ ਵੱਡਾ ਜਿਹੜਾ ਉਹ ਨਿਸ਼ਾਨਾ ਸੀ। ਜੇ ਇਤਿਹਾਸਕ ਦ੍ਰਿਸ਼ਟੀ ਤੇ ਵੇਖੀਏ ਤਾਂ ਵੀ ਕਿ ਰੋਪੜ ਤੋਂ ਜਦੋਂ ਫੌਜਾਂ ਆਉਂਦੀਆਂ ਸੀ, ਕਿਉਂਕਿ ਦਿੱਲੀ ਤੋਂ ਰਸਤਾ ਇਹੀ ਬਣਦਾ ਸੀ, ਤਾਂ ਉਸ ਮੌਕੇ ਫੌਜਾਂ ਦਾ ਜਿਹੜਾ ਮੁੱਖ ਕੇਂਦਰ ਜਾਂ ਫੌਜਾਂ ਦਾ ਮੁਕਾਬਲਾ ਕਰਨ ਦਾ ਜਿਹੜਾ ਪਹਿਲਾ ਸਥਾਨ ਉਹ ਆਨੰਦਗੜ੍ਹ ਸਾਹਿਬ ਸੀ। ਇਸ ਕਰਕੇ ਫੌਜੀ ਦ੍ਰਿਸ਼ਟੀਕੋਣ ਤੋਂ ਆਨੰਦਗੜ੍ਹ ਕਿਲੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਮਜ਼ਬੂਤ ਤੇ ਬੜਾ ਵਿਸ਼ਾਲ ਬਣਾਇਆ ਹੋਇਆ ਸੀ। ਆਨੰਦਗੜ੍ਹ ਬਾਕੀ ਜਿਹੜੇ 4 ਕਿਲੇ ਹਨ ਉਹ ਇੱਕ ਫੌਜੀ ਚੌਂਕੀਆਂ ਵਜੋਂ ਸਤਿਗੁਰੂ ਪਾਤਸ਼ਾਹ ਜੀ ਨੇ 4 ਚੁਫੇਰੇ ਸਥਾਪਿਤ ਕੀਤੇ ਹੋਏ ਸਨ। ਆਨੰਦਗੜ੍ਹ ਕਿਲੇ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਆਨੰਦਪੁਰ ਸਾਹਿਬ ਦਾ ਜਿਹੜਾ ਅਖੀਰਲਾ ਸਮਾਂ ਉਹ ਵੀ ਇੱਥੇ ਹੀ ਬਤੀਤ ਕੀਤਾ ਸੀ। ਕਿਲਾ ਆਨੰਦਗੜ੍ਹ ਸਾਹਿਬ ਬਹੁਤ ਹੀ ਮਜ਼ਬੂਤ ਕਿਲਾ ਬਣਾਇਆ ਗਿਆ ਸੀ, ਜਿਸ ਦੇ 4 ਚੁਫੇਰੇ ਬਹੁਤ ਡੂੰਘੀਆਂ ਖਾਈਆਂ ਸਨ। ਸੁਰੱਖਿਆ ਦਸਤੇ ਸੂਰਮੇ ਥਾਂ-ਥਾਂ ਪਹਿਰਾ ਦਿੰਦੇ ਸਨ। ਇਤਿਹਾਸ ਮੁਤਾਬਕ ਇਸ ਆਨੰਦਪੁਰ ਸਾਹਿਬ ਦੇ ਪਹਿਲੇ ਹਮਲੇ ਸਮੇਂ ਜਦੋਂ ਕਹਿਲੂਰ ਦਾ ਰਾਜਾ ਫਤਿਹ ਪ੍ਰਾਪਤ ਕਰਨ ਵਿੱਚ ਅਸਮਰੱਥ ਰਿਹਾ ਤਾਂ ਉਸਨੇ ਆਪਣੀ ਕੂਟਲ ਨੀਤੀ ਰਾਹੀਂ ਇਹੀ ਕਿਲਾ ਖਾਲੀ ਕਰਵਾਉਣ ਦੀ ਗੱਲ ਸੋਚੀ ਕਿ ਗਊ ਦੀ ਕਸਮ ਚੁੱਕ ਕੇ ਕਿਲਾ ਖਾਲੀ ਕਰਵਾਇਆ ਜਾਵੇ। ਰਾਜਾ ਨੇ ਵਿਚਾਰ ਕੀਤੀ ਕਿ ਗੁਰੂ ਜੀ ਨੂੰ ਗਊ ਦੀ ਕਸਮ ਚੁੱਕ ਕੇ ਵਿਸ਼ਵਾਸ ਦਿਵਾ ਦਿੱਤਾ ਜਾਵੇ ਕਿ ਜੇਕਰ ਉਹ ਆਨੰਦਗੜ੍ਹ ਸਾਹਿਬ ਦਾ ਕਿਲਾ ਖਾਲੀ ਕਰ ਜਾਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਕੁਝ ਸਮੇਂ ਬਾਅਦ ਗੁਰੂ ਜੀ ਫਿਰ ਇੱਥੇ ਆ ਕੇ ਵਾਪਸ ਰਹਿ ਸਕਦੇ ਹਨ। ਰਾਜੇ ਇਸ ਚਾਲ ਨਾਲ ਆਪਣੀ ਸੈਨਿਕ ਕਮਜ਼ੋਰੀ ਲੁਕਾਉਣਾ ਚਾਹੁੰਦੇ ਸਨ। ਰਾਜਿਆਂ ਦੀ ਇਸ ਕਸਮ ਤੇ ਗੁਰੂ ਜੀ ਕੁਝ ਸਮੇਂ ਲਈ ਕਿਲਾ ਆਨੰਦਗੜ੍ਹ ਸਾਹਿਬ ਖਾਲੀ ਕਰਨਾ ਮੰਨ ਗਏ। ਗੁਰੂ ਜੀ ਖਾਮਖਾਂ ਲੜਾਈ ਨਹੀਂ ਲੜਨਾ ਚਾਹੁੰਦੇ ਸਨ।
ਗੁਰੂ ਜੀ ਦਾ ਵਿਚਾਰ ਸੀ ਕਿ ਜੇਕਰ ਕੁਝ ਸਮੇਂ ਲਈ ਕਿਲਾ ਖਾਲੀ ਕਰ ਜਾਣ ਨਾਲ ਲੜਾਈ ਟਲ ਸਕਦੀ ਹੈ ਤਾਂ ਇਹ ਸਮਝੌਤਾ ਕੋਈ ਮਾੜਾ ਨਹੀਂ। ਇਸ ਤਰ੍ਹਾਂ ਗੁਰੂ ਸਾਹਿਬ ਰਾਜਿਆਂ ਵੱਲੋਂ ਗਊ ਦੀ ਕਸਮ ਰਾਹੀਂ ਯਕੀਨ ਦਿਵਾਉਣ ਤੇ ਕਿਲਾ ਖਾਲੀ ਕਰਕੇ ਨਿਰਮੋਹਗੜ੍ਹ ਵਾਲੀ ਥਾਂ ਤੇ ਚਲੇ ਗਏ। ਸੋ ਗੁਰੂ ਸਾਹਿਬ ਜਦੋਂ ਨਿਰਮੋਹਗੜ੍ਹ ਦੇ ਅਸਥਾਨ ਤੇ ਆਏ ਤਾਂ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਭੁਲਾ ਕੇ ਸਰਹੰਦ ਦੇ ਸੂਬੇਦਾਰ ਦੀ ਕੁਝ ਫੌਜ ਲੈ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਗੁਰੂ ਸਾਹਿਬ ਨੇ ਇੱਥੇ ਬਹੁਤ ਤਕੜੀ ਲੜਾਈ ਲੜੀ। ਇੱਥੋਂ ਲੜਦੇ ਹੋਏ ਬਸਾਲੀ ਪਿੰਡ ਵਿੱਚ ਜਾ ਉਹਨਾਂ ਕੈਂਪ ਲਾ ਲਿਆ। ਫਿਰ ਇੱਥੋਂ ਸਤਲੁਜ ਦਰਿਆ ਦੇ ਕੰਢੇ ਤੇ ਬਿਪੌਰ ਸਾਹਿਬ ਦੇ ਅਸਥਾਨ ਤੇ ਆ ਟਿਕੇ। ਇੱਥੇ ਰਹਿੰਦਿਆਂ ਕਹਿਲੂਰ ਦਾ ਰਾਜਾ ਫਿਰ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ। ਸਿੱਟੇ ਵਜੋਂ ਗੁਰੂ ਸਾਹਿਬ ਫਿਰ ਆਨੰਦਪੁਰ ਸਾਹਿਬ ਵਾਪਸ ਆ ਗਏ ਤੇ ਕਿਲਾ ਆਨੰਦਗੜ੍ਹ ਸਾਹਿਬ ਨੂੰ ਵਸਾ ਲਿਆ। ਕਿਲਾ ਆਨੰਦਗੜ੍ਹ ਸਾਹਿਬ ਦੀ ਸੁਰੱਖਿਆ ਜਾਂ ਇੱਥੋਂ ਦੇ ਸੈਨਿਕ ਆਧਾਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕੀਤਾ ਗਿਆ ਤੇ ਅੱਜ ਵੀ ਇਹ ਬਾਉਲੀ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੀ ਮੌਜੂਦ ਹੈ। ਇਤਿਹਾਸਕਾਰ ਤਾਂ ਇਹ ਵੀ ਲਿਖਦੇ ਹਨ ਕਿ ਇਸ ਬਾਉਲੀ ਨੂੰ ਬਣਾਉਣ ਦਾ ਮਕਸਦ ਇੱਕ ਇਹ ਵੀ ਸੀ ਕਿ ਜੰਗਾਂ ਯੁੱਧਾਂ ਸਮੇਂ ਕਿਲੇ ਦੇ ਅੰਦਰ ਰਹਿੰਦਿਆਂ ਹੀ ਪਾਣੀ ਦੀ ਕਿੱਲਤ ਨੂੰ ਪੂਰਾ ਕੀਤਾ ਜਾ ਸਕੇ। ਭਾਈ ਕਾਨ ਸਿੰਘ ਡਾਭਾ ਅਨੁਸਾਰ ਇਸ ਕਿਲੇ ਅੰਦਰ ਇੱਕ ਬਾਵਲੀ ਹੈ ਜਿਸ ਦੀਆਂ ਪੌੜੀਆਂ ਉਤਰ ਕੇ ਚੜ੍ਹਨਾ ਔਖਾ ਹੋ ਜਾਂਦਾ ਏ ਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਇਹ ਬਾਹਰ ਦਾ ਰਸਤਾ ਮਿਲਣਾ ਮੁਸ਼ਕਲ ਹੋ ਜਾਂਦਾ ਏ। ਸੋ ਗੁਰੂ ਸਾਹਿਬ ਨੇ ਇਸ ਕਿਲੇ ਦੇ ਅੰਦਰ ਇੱਕ ਬਹੁਤ ਸੁੰਦਰ ਬਾਉਲੀ ਤਿਆਰ ਕਰਵਾਈ ਜੋ ਜੰਗ ਸਮੇਂ ਪਾਣੀ ਦੀ ਵਰਤੋਂ ਲਈ ਕੰਮ ਆਉਂਦੀ ਸੀ। ਗੁਰੂ ਸਾਹਿਬ ਆਪ ਇਸ ਕਿਲੇ ਅੰਦਰ ਸੁਸ਼ੋਭਿਤ ਹੋ ਕੇ ਜੰਗ ਲੜਦੇ ਰਹੇ। ਸੋਹਣੀ ਬਾਉਲੀ ਸਾਹਿਬ ਸਤਿਗੁਰਾਂ ਨੇ ਅੰਦਰ ਪਾਣੀ ਦਾ ਪ੍ਰਬੰਧ ਕਰਕੇ ਬਾਉਲੀ ਸਾਹਿਬ ਖੁਦਵਾਈ। ਇੱਥੋਂ ਹੀ ਸੰਗਤ ਜੀ ਉਹ ਰਣਜੀਤ ਨਗਾਰਾ ਜਿਹੜਾ ਸਤਿਗੁਰਾਂ ਨੇ ਬਣਾਇਆ ਨਾ, ਉਹਦੀਆਂ ਚੋਟਾਂ ਇੱਥੇ ਹੀ ਲੱਗੀਆਂ ਆਨੰਦਗੜ੍ਹ ਕਿਲਾ ਸਾਹਿਬ ਤੇ। ਉਹਨਾਂ ਚੋਟਾਂ ਨੂੰ ਸੁਣ ਕੇ ਹੀ ਪਹਾੜੀ ਰਾਜਿਆਂ ਦੇ ਦਿਲ ਕੰਬ ਗਏ ਕਿ ਜਿੱਥੋਂ ਉਹਨਾਂ ਨੇ ਇਹ ਸੋਚ ਦਿਮਾਗ ਵਿੱਚ ਬੈਠ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਹੁਤ ਚੜ੍ਹਾਈ ਹੈ, ਇਹਦੀ ਚੜ੍ਹਤ ਨੂੰ ਦੇਖ ਕੇ ਉਹ ਜਰ ਨਹੀਂ ਸਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਨੂੰ। ਤਾਂ ਸਤਿਗੁਰਾਂ ਨੇ ਦੂਸਰਾ ਕਿਲਾ ਲੋਹਗੜ੍ਹ ਕਿਲਾ ਤਿਆਰ ਕੀਤਾ। ਸਨ 1703 ਈਸਵੀ ਨੂੰ ਕਹਿਲੂਰ ਦੇ ਰਾਜੇ ਅਜ਼ਮੇਰ ਚੰਦ ਨੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੂੰ ਨਾਲ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਆ ਘੇਰਿਆ। ਇਹ ਘੇਰਾ ਬਹੁਤ ਲੰਮਾ ਸਮਾਂ ਚੱਲਿਆ ਤੇ ਤਵਾਰੀਖ ਗੁਰੂ ਖਾਲਸਾ ਅਨੁਸਾਰ ਸਰਹੰਦ ਤੇ ਲਾਹੌਰ ਆਦਿ ਦੇ ਸੂਬਿਆਂ ਵੱਲੋਂ ਪੌੜੀਆਂ ਲਾ ਕੇ ਇਸ ਕਿਲੇ ਅੰਦਰ ਜਾਣ ਦਾ ਯਤਨ ਕੀਤਾ ਗਿਆ ਤਾਂ ਸਿੰਘਾਂ ਨੇ ਦੁਸ਼ਮਣਾਂ ਦੇ ਸੱਥਰ ਲਾ ਦਿੱਤੇ। ਲੋਹਗੜ੍ਹ ਤੇ ਹੋਲਗੜ੍ਹ ਕਿਲੇ ਵਾਲੇ ਸਿੰਘਾਂ ਨੇ ਵੀ ਦੁਸ਼ਮਣਾਂ ਤੇ ਬਾਹਰੋਂ ਹਮਲਾ ਕਰ ਦਿੱਤਾ। ਦੁਸ਼ਮਣਾਂ ਦੀ ਅਣਗਿਣਤ ਫੌਜ ਹੋਣ ਦੇ ਕਾਰਨ ਉਹਨਾਂ ਸਾਰੇ ਨਗਰ ਨੂੰ ਬਹੁਤ ਜ਼ਬਰਦਸਤ ਘੇਰਾ ਪਾ ਲਿਆ, ਜਿਸ ਦੇ ਸਿੱਟੇ ਵਜੋਂ ਅੰਦਰਲੇ ਲੋਕ ਤੇ ਲੜਾਕੇ ਸਿੰਘ ਰਸਤ ਪਾਣੀ ਵੱਲੋਂ ਬਹੁਤ ਤੰਗ ਹੋ ਗਏ। ਦੁਸ਼ਮਣਾਂ ਨੇ ਫੇਰ ਸੌਹਾਂ ਖਾ ਕੇ ਕਿਲਾ ਆਨੰਦਗੜ੍ਹ ਸਾਹਿਬ ਛੱਡਣ ਲਈ ਗੁਰੂ ਸਾਹਿਬ ਤੇ ਜ਼ੋਰ ਪਾਇਆ। ਐਸੇ ਤੰਗ ਸਮੇਂ ਅੰਦਰ ਮਾਤਾ ਜੀ ਨੂੰ ਸਿੰਘਾਂ ਨੇ ਕਿਲਾ ਛੱਡਣ ਵਾਸਤੇ ਮਨਾ ਲਿਆ ਤੇ ਸਤਿਗੁਰੂ ਜੀ ਨੂੰ ਵੀ ਵਾਰ-ਵਾਰ ਸਿੰਘਾਂ ਨੇ ਬੇਨਤੀਆਂ ਕਰਕੇ ਮਾਤਾ ਜੀ ਤੋਂ ਕਹਾ ਕੇ ਕਿਲਾ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਕਿਲੇ ਵਿੱਚੋਂ 13 ਦਸੰਬਰ ਸਨ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡ ਗੁਰੂ ਸਾਹਿਬ ਚੱਲੇ ਸਨ, ਪਰ ਦੁਸ਼ਮਣ ਸੌਹਾਂ ਖਾ ਕੇ ਮੁੱਕਰ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤ ਸੁਹਾਵੀ ਤੇ ਜੇਕਰ ਆਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਬਾਅਦ ਕੋਈ ਮਜ਼ਬੂਤ ਕਿਲਾ ਸੀ ਤਾਂ ਉਹ ਸੀ ਕਿਲਾ ਲੋਹਗੜ੍ਹ ਸਾਹਿਬ। ਕਿਲਾ ਆਨੰਦਗੜ੍ਹ ਸਾਹਿਬ ਤੋਂ ਕਿਲਾ ਲੋਹਗੜ੍ਹ ਸਾਹਿਬ ਦੀ ਦੂਰੀ ਕੇਵਲ 2 ਫਰਲਾਂਗ ਦੀ ਬਣਦੀ ਹੈ ਤੇ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਦੋਵੇਂ ਕਿਲਿਆਂ ਦੀ ਆਪਸ ਦੇ ਵਿੱਚ ਨਜ਼ਰਸਾਨੀ ਬੜੀ ਆਸਾਨੀ ਦੇ ਨਾਲ ਕੀਤੀ ਜਾ ਸਕਦੀ ਸੀ। ਕਿਲਾ ਆਨੰਦਗੜ੍ਹ ਸਾਹਿਬ ਤੋਂ ਦੂਜੇ ਨੰਬਰ ਤੇ ਆਉਂਦਾ ਹੈ ਕਿਲਾ ਲੋਹਗੜ੍ਹ ਸਾਹਿਬ। ਇਹ ਕਿਲਾ ਨਗਰ ਦੇ ਪੂਰਬ ਦੱਖਣ ਵੱਲ ਬਿਲਕੁਲ ਮੈਦਾਨੀ ਇਲਾਕੇ ਵਿੱਚ ਹੈ ਤੇ ਇਸ ਕਿਲੇ ਦਾ ਮੁੱਖ ਮਨੋਰਥ ਦੱਖਣ ਪੂਰਬ ਵੱਲੋਂ ਹਮਲਾਵਰ ਦੁਸ਼ਮਣ ਨੂੰ ਰੋਕਣ ਦਾ ਸੀ। ਇਸ ਤਰ੍ਹਾਂ ਮੈਦਾਨੀ ਇਲਾਕੇ ਵਿੱਚ ਹੋਣ ਕਰਕੇ ਭਾਵੇਂ ਇੱਥੇ ਹਰ ਹਮਲੇ ਸਮੇਂ ਖਾਲਸੇ ਨੂੰ ਦੁਸ਼ਮਣ ਨਾਲ ਸਿੱਧੀ ਤੇ ਹੱਥੋਂ ਹੱਥੀ ਲੜਾਈ ਕਰਨੀ ਪੈਂਦੀ ਸੀ।
ਇਸ ਕਿਲੇ ਵਿੱਚ ਹਰ ਸਮੇਂ ਸਿੰਘਾਂ ਦਾ ਇੱਕ ਤਕੜਾ ਜਥਾ ਤਾਇਨਾਤ ਕਰਕੇ ਰੱਖਿਆ ਜਾਂਦਾ। ਕਿਲਾ ਆਨੰਦਗੜ੍ਹ ਤੇ ਕਿਲਾ ਲੋਹਗੜ੍ਹ ਦਾ ਸਿੱਧਾ ਫਾਸਲਾ ਤਕਰੀਬਨ 2 ਕੁ ਫਰਲਾਂਗ ਦਾ ਸੀ। ਇਹ ਵੀ ਰਵਾਇਤ ਹੈ ਕਿ ਕਿਲਾ ਲੋਹਗੜ੍ਹ ਵਿੱਚ ਖਾਲਸੇ ਵੱਲੋਂ ਲੋਹੇ ਦੇ ਹਥਿਆਰ ਬਣਾਏ ਜਾਂਦੇ ਸਨ। ਇਹਨਾਂ ਹਥਿਆਰਾਂ ਵਿੱਚ ਤਲਵਾਰਾਂ ਤੇ ਬਰਛਿਆਂ ਤੋਂ ਲੈ ਕੇ ਲੱਕੜ ਦੀ ਤੋਪ ਤੱਕ ਦੇ ਹਥਿਆਰ ਤਿਆਰ ਹੁੰਦੇ ਸਨ। ਗੁਰੂ ਕੇ ਸਿੰਘ ਇਸ ਕਿਲੇ ਅੰਦਰ ਮੋਰਚਿਆਂ ਵਿੱਚ ਤਕੜੇ ਹੋ ਕੇ ਪਹਿਰਾ ਦਿੰਦੇ ਤੇ ਸਤਿਗੁਰ ਸਾਹਿਬ ਆਪ ਵੀ ਸਮੇਂ-ਸਮੇਂ ਸ਼ਸਤਰਾਂ ਨੂੰ ਵੇਖਣ ਲਈ ਆਉਂਦੇ। ਸਤਿਗੁਰ ਸਾਹਿਬ ਵੇਖਦੇ ਸਨ ਕਿ ਕਿਸ ਤਰ੍ਹਾਂ ਦੇ ਨਵੇਂ-ਨਵੇਂ ਹਥਿਆਰ ਤਿਆਰ ਹੋਏ ਹਨ। ਇਸ ਕਿਲੇ ਵਿਚਲੇ ਸਿੰਘ ਹਮੇਸ਼ਾ ਕਿਲਾ ਆਨੰਦਗੜ੍ਹ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਧਿਆਨ ਰੱਖਦੇ ਸਨ। ਤਵਾਰੀਖ ਗੁਰੂ ਖਾਲਸਾ ਅਨੁਸਾਰ ਜਿਸ ਸਮੇਂ ਮੁਗਲ ਫੌਜਾਂ ਨੇ ਕਿਲਾ ਆਨੰਦਗੜ੍ਹ ਸਾਹਿਬ ਨੂੰ ਪੌੜੀਆਂ ਲਾ ਕੇ ਚੜ੍ਹਨ ਦਾ ਯਤਨ ਕੀਤਾ ਤਾਂ ਇਹਨਾਂ ਸਿੰਘਾਂ ਨੇ ਵੀ ਉਹਨਾਂ ਦੁਸ਼ਮਣਾਂ ਤੇ ਤਕੜੇ ਹੋ ਕੇ ਹਮਲਾ ਕੀਤਾ ਸੀ। ਸੁਰੱਖਿਆ ਪੱਖੋਂ ਇਹ ਕਿਲਾ ਸਾਰਿਆਂ ਨਾਲੋਂ ਵੱਧ ਮਜ਼ਬੂਤ ਬਣਾਇਆ ਗਿਆ। ਤਕੜੀ ਮੋਰਚਾਬੰਦੀ ਕੀਤੀ ਗਈ ਤੇ ਬਹੁਤ ਮਜ਼ਬੂਤ ਦਰਵਾਜ਼ੇ ਲਗਾਏ ਗਏ। ਇਸ ਕਿਲੇ ਵਿੱਚ ਚੰਗੇ ਤੋਂ ਚੰਗੇ ਸ਼ਸਤਰ ਤਿਆਰ ਹੋਣ ਕਰਕੇ ਸ਼ਸਤਰ ਜਮਾ ਵੀ ਇੱਥੇ ਹੀ ਰੱਖੇ ਜਾਂਦੇ ਸਨ। ਇਸ ਤਰ੍ਹਾਂ ਇੱਥੇ ਲੋਹੇ ਦਾ ਸਮਾਨ ਤਿਆਰ ਹੋਣ ਕਰਕੇ ਇਸ ਦਾ ਨਾਂ ਲੋਹਗੜ੍ਹ ਪੈ ਗਿਆ। ਕਿਲਾ ਲੋਹਗੜ੍ਹ ਸਾਹਿਬ ਇਹਦਾ ਨਾਮ ਹੀ ਇਹ ਦੱਸਦਾ ਹੈ ਕਿ ਇੱਥੇ ਲੋਹੇ ਦਾ ਕੰਮ ਹੁੰਦਾ ਸੀ। ਲੋਹੇ ਦਾ ਕੰਮ ਹੋਣ ਕਰਕੇ ਇੱਥੇ ਇਹਦਾ ਨਾਮ ਲੋਹਗੜ੍ਹ ਸਾਹਿਬ ਸਥਾਪਿਤ ਹੋਇਆ, ਕਿਉਂਕਿ ਉਸ ਜ਼ਮਾਨੇ 'ਚ ਜੰਗੀ ਜਿਹੜੇ ਹਥਿਆਰ ਸਨ ਉਹ ਹੱਥੀਂ ਬਣਾਏ ਜਾਂਦੇ ਸਨ ਤੇ ਉਸ ਮੌਕੇ ਬਾਹਰੋਂ ਹਥਿਆਰ ਆਉਣੇ ਅਸੰਭਵ ਸਨ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦੂਰ ਦੂਰ ਤੋਂ ਸਿਗਲੀਗਰ ਬੁਲਾ ਕੇ ਅਨੰਦਪੁਰ ਸਾਹਿਬ ਨੂੰ ਲੋਹੇ ਦੇ ਜਿਹੜੇ ਸੀ ਜੰਗੀ ਹਥਿਆਰਾਂ ਦਾ ਇੱਕ ਵੱਡਾ ਕੇਂਦਰ ਸਥਾਪਿਤ ਕਰ ਲਿਆ ਸੀ ਔਰ ਉਹ ਸਾਰੇ ਸਿਗਲੀਗਰ ਜਿਹੜੇ ਸਨ ਇਸ ਸਥਾਨ ਤੇ ਕੰਮ ਕਰਦੇ ਸਨ। ਇਸ ਕਰਕੇ ਹੀ ਇਹਦਾ ਨਾਮ ਲੋਹਗੜ੍ਹ, ਲੋਹੇ ਦਾ ਕੰਮ ਹੋਣ ਕਰਕੇ ਤੇ ਇਹਦਾ ਨਾਮ ਲੋਹਗੜ੍ਹ ਹੈ ਤੇ ਇਹ ਅਨੰਦਪੁਰ ਸਾਹਿਬ ਤੋਂ ਪੱਛਮ ਦੀ ਦਿਸ਼ਾ ਵੱਲ ਇਹ ਸਥਾਪਿਤ ਹੈ। ਅਨੰਦਪੁਰ ਸਾਹਿਬ ਤੋਂ ਕਾਫੀ ਦੂਰ ਵੀ ਹੈ ਕਿਉਂਕਿ ਲੋਹੇ ਦਾ ਕੰਮ ਹੋਣ ਕਰਕੇ ਖੜਕਾ ਸਾਰਾ ਦਿਨ ਉੱਥੇ ਜਿਹੜਾ ਸੀ ਉਹ ਕੰਮ ਹੋਣ ਕਰਕੇ ਪਰੇਸ਼ਾਨੀ ਰਹਿੰਦੀ ਸੀ। ਇਸ ਕਰਕੇ ਇਹਨੂੰ ਸ਼ਹਿਰ ਤੋਂ ਦੂਰ ਹੀ ਸਥਾਪਿਤ ਕੀਤਾ ਗਿਆ ਸੀ। ਕਿਲਾ ਲੋਹਗੜ੍ਹ ਸਾਹਿਬ ਦੇ ਨਾਲ ਭਾਈ ਬਚਿੱਤਰ ਸਿੰਘ ਦੀ ਸਾਖੀ ਵੀ ਬਹੁਤ ਪ੍ਰਸਿੱਧ ਹੈ। ਇਸੇ ਹੀ ਥਾਂ ਤੇ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਮੱਥੇ 'ਚ ਨਾਗਣੀ ਵਰਸ਼ਾ ਮਾਰ ਉਸ ਦਾ ਅੰਤ ਕੀਤਾ ਸੀ। ਇਤਿਹਾਸ ਅਨੁਸਾਰ ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਮਸਤ ਹਾਥੀ ਲੈ ਕੇ ਆਇਆ ਤੇ ਕੇਸਰੀ ਚੰਦ ਨੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾਣ ਦੀ ਕਸਮ ਖਾਧੀ। ਭਾਈ ਸੰਤੋਖ ਸਿੰਘ ਜੀ ਨੇ ਵੀ ਮਸਤ ਹਾਥੀ ਦਾ ਕਿਲਾ ਲੋਹਗੜ੍ਹ ਸਾਹਿਬ ਵਿਖੇ ਆਉਣਾ ਲਿਖਿਆ ਏ। ਭਾਈ ਸਾਹਿਬ ਲਿਖਦੇ ਨੇ ਕਿ ਰਾਜਾ ਕੇਸਰੀ ਚੰਦ ਨੇ ਪ੍ਰਤਿਗਿਆ ਕਰ ਲਈ ਕਿ ਉਹ ਦਿਨ ਛਿਪਦੇ ਤੋਂ ਪਹਿਲਾਂ ਕਿਲਾ ਲੋਹਗੜ੍ਹ ਨੂੰ ਫਤਿਹ ਕਰ ਲਵੇਗਾ। ਜੇ ਇਹ ਕੰਮ ਕਰਨ ਵਿੱਚ ਅਸਫਲ ਰਿਹਾ ਤਾਂ ਮੁੜ ਕੇ ਆ ਕੇ ਰਾਜਿਆਂ ਨੂੰ ਮੂੰਹ ਨਹੀਂ ਵਿਖਾਵੇਗਾ। ਉਹ ਬਾਕੀ ਰਾਜਿਆਂ ਨੂੰ ਪ੍ਰੇਰਦਾ ਏ ਕਿ ਇਕੱਠੇ ਹੋ ਕੇ ਹਮਲਾ ਕਰੋ ਤੇ ਲੋਹਗੜ੍ਹ ਨੂੰ ਜਿੱਤ ਲਓ। ਉਸ ਮੌਕੇ ਪਹਾੜੀਆਂ ਦਾ ਇਹ ਨਿਸ਼ਾਨਾ ਸੀ ਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਹਥਿਆਰਾਂ ਦੀ ਸਪਲਾਈ ਦਾ ਜਿਹੜਾ ਕੇਂਦਰ ਹੈ ਉਹ 'ਤੇ ਅਸੀਂ ਕਬਜ਼ਾ ਕਰ ਲਈਏ ਜਾਂ ਉਸ ਹਥਿਆਰਾਂ ਦੀ ਜਿਹੜੀ ਪਿੱਛੋਂ ਫੌਜ ਨੂੰ ਲੜੀ ਜਾਂ ਚੈਨ ਜਾ ਰਹੀ ਹੈ ਉਹਨੂੰ ਅਸੀਂ ਤੋੜ ਦਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਹੁਤਾ ਸਮਾਂ ਸਾਡੇ ਸਾਹਮਣੇ ਟਿਕ ਨਹੀਂ ਸਕਣਗੇ। ਇਸ ਕਰਕੇ ਉਹਨਾਂ ਨੇ ਇਸ ਕਿਲੇ ਦੇ ਉੱਪਰ ਵਿਉਂਤ ਬਣਾ ਕੇ ਕਿ ਇਹਦਾ ਦਰਵਾਜ਼ਾ ਭੰਨ ਕੇ ਤੇ ਕਬਜ਼ਾ ਕਰ ਲਿਆ ਜਾਵੇ। ਇਹਦੇ ਲਈ ਉਹਨਾਂ ਨੇ ਇੱਕ
ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਬੜਾ ਤਾਕਤਵਰ ਹਾਥੀ ਇਸ ਕਿਲੇ ਦੇ ਉੱਪਰ ਹਮਲੇ ਲਈ ਪਲਾਨ ਬਣਾਇਆ। ਸੂਈਏ ਸਿੰਘਾਂ ਨੇ ਆ ਕੇ ਇਹ ਖਬਰ ਦਿੱਤੀ ਕਿ ਮਹਾਰਾਜ ਜੀ ਕੱਲ ਨੂੰ ਸਵੇਰੇ ਪਹਾੜੀ ਰਾਜੇ ਇਸ ਢੰਗ ਦੇ ਨਾਲ ਇਸ ਕਿਲੇ ਦੇ ਉੱਪਰ ਕਬਜ਼ਾ ਕਰਨ ਦੀ ਸਕੀਮ ਬਣਾ ਰਹੇ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਮੌਕੇ ਸੰਗਤ ਵਿੱਚ ਬੈਠੇ ਇੱਕ ਵੱਡ ਆਕਾਰੀ ਸਿੱਖ ਭਾਈ ਦੁਨੀ ਚੰਦ ਦਾ ਨਾਮ ਲਿਆ, ਕਹਿਣ ਲੱਗੇ ਗੁਰੂ ਕਾ ਹਾਥੀ ਉਹਦਾ ਮੁਕਾਬਲਾ ਕਰੇਗਾ। ਇਹ ਸੁਣ ਕੇ ਦੁਨੀ ਚੰਦ ਦਾ ਜਿਹੜਾ ਦਿਲ ਸੀ ਉਹ ਘਬਰਾ ਗਿਆ ਕਿ ਹਾਥੀ ਦਾ ਮੁਕਾਬਲਾ ਬੰਦਾ ਕਿਵੇਂ ਕਰ ਸਕਦਾ ਹੈ। ਇਤਿਹਾਸ ਵਿੱਚ ਆਪ ਸਭ ਜਾਣੂ, ਉਹ ਰਾਤ ਨੂੰ ਭੱਜ ਗਿਆ। ਅਗਲੇ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਖਬਰ ਮਿਲੀ ਕਿ ਦੁਨੀ ਚੰਦ ਰਾਤ ਨੂੰ ਭੱਜ ਗਿਆ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕੋਈ ਗੱਲ ਨਹੀਂ, ਹਾਥੀ ਆਕਾਰ ਵਿੱਚ ਵੱਡਾ ਹੈ, ਸਰੀਰ ਵਿੱਚ ਵੱਡਾ ਹੈ, ਤਾਕਤ ਵਿੱਚ ਵੱਡਾ ਹੈ, ਲੇਕਿਨ ਉਹਦਾ ਦਿਲ, ਉਹਦਾ ਜਜ਼ਬਾ, ਉਹਦੇ 'ਚ ਦਲੇਰੀ ਐਡੀ ਵੱਡੀ ਨਹੀਂ ਹੈ। ਸ਼ੇਰ ਦਾ ਆਕਾਰ ਵੀ ਛੋਟਾ ਹੈ, ਤਾਕਤ ਵੀ ਘੱਟ ਹੈ, ਲੇਕਿਨ ਸ਼ੇਰ ਦੇ ਵਿੱਚ ਦਲੇਰੀ ਬਹੁਤ ਹੁੰਦੀ ਹੈ। ਇਸ ਕਰਕੇ ਜੇ ਹਾਥੀ ਭੱਜ ਗਿਆ ਹੈ ਤਾਂ ਉਹਦਾ ਮੁਕਾਬਲਾ ਸਾਡਾ ਭਾਈ ਬਚਿੱਤਰ ਸਿੰਘ ਸ਼ੇਰ ਕਰੇਗਾ। ਤਾਂ ਉਸ ਮੌਕੇ ਭਾਈ ਬਚਿੱਤਰ ਸਿੰਘ ਜੀ ਨੇ ਆਪਣੇ ਆਪ ਨੂੰ ਬੜਾ ਵਡਭਾਗੀ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਾਥੀ ਦਾ ਮੁਕਾਬਲਾ ਕਰਨ ਲਈ ਮੈਨੂੰ ਚੁਣਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਇੱਕ ਨਾਗਨੀ ਬਰਛਾ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਉਹ ਬਰਛਾ ਬਹੁਤ ਮਜ਼ਬੂਤ ਹੈ। ਇਤਿਹਾਸ ਵਿੱਚ ਕਈ ਖੋਜਕਾਰ ਤਾਂ ਇਹ ਵੀ ਦੱਸਦੇ ਹੈ ਕਿ ਇਹ ਨਾਗਨੀ ਬਰਛੇ ਦੀ ਜਿਹੜੀ ਬਣਤਰ ਹੈ ਜਾਂ ਜਿਹੜਾ ਨਾਗਨੀ ਬਰਛਾ ਬਣਿਆ ਉਹ ਯੂਰਪ ਦਾ ਬਣਿਆ ਹੋਇਆ ਸੀ ਤੇ ਇਹ ਬਹੁਤ ਮਜ਼ਬੂਤ ਲੋਹੇ ਦਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਰਛਾ ਨੂੰ ਬਖਸ਼ਿਸ਼ ਕੀਤਾ। ਸਵੇਰ ਹੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਭਾਈ ਬਚਿੱਤਰ ਸਿੰਘ ਜੀ ਨੇ ਉਸ ਮਸਤ ਹਾਥੀ ਦਾ ਮੁਕਾਬਲਾ ਕੀਤਾ ਔਰ ਉਸ ਮਸਤ ਹਾਥੀ ਦੇ ਜਿਹੜਾ ਮੱਥੇ ਦੇ ਉੱਪਰ ਬੰਨੀਆਂ ਲੋਹੇ ਦੀਆਂ ਤਵੀਆਂ ਨੂੰ ਪਾੜ ਕੇ ਉਸ ਦਾ ਜਿਹੜਾ ਮੱਥਾ ਸੀ ਉਹ ਪਾੜ ਦਿੱਤਾ। ਹਾਥੀ ਬੇਹੋਸ਼ ਹੋਇਆ, ਵਾਪਸ ਆਪਣੀ ਫੌਜ ਦਾ ਨੁਕਸਾਨ ਕਰਦਾ ਹੋਇਆ ਪਿੱਛੇ ਭੱਜ ਗਿਆ। ਇਹ ਕਿਲਾ ਜਿਹੜਾ ਸੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੰਨਾ ਚਿਰ ਅਨੰਦਪੁਰ ਸਾਹਿਬ ਰਹੇ ਜਿੱਤਿਆ ਨਹੀਂ ਗਿਆ ਸੀ ਕਿਲਾ, ਐਡਾ ਮਜ਼ਬੂਤ ਕਿਲਾ ਸੀ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੰਘਾਂ ਦੀ ਲਾਸਾਨੀ ਬਹਾਦਰੀ ਦਾ ਪ੍ਰਤੀਕ ਹੈ ਲੋਹਗੜ੍ਹ ਦਾ ਕਿਲਾ। ਸੋ ਇਸ ਕਿਲੇ ਤੇ ਹਮਲਾ ਕਰਨਾ ਦੁਸ਼ਮਣਾਂ ਦੀ ਇਹ ਨੀਤੀ ਸੀ ਕਿ ਇਸ ਕਿਲੇ ਅੰਦਰ ਗੁਰੂ ਸਾਹਿਬ ਦੇ ਸ਼ਸਤਰ ਜਮ੍ਹਾਂ ਹਨ। ਦੁਸ਼ਮਣ ਚਾਹੁੰਦੇ ਸਨ ਕਿ ਇਸ ਕਿਲੇ ਤੇ ਕਬਜ਼ਾ ਹੋਣ ਦੇ ਨਾਲ ਸਾਡਾ ਸ਼ਸਤਰਾਂ ਤੇ ਕਬਜ਼ਾ ਹੋ ਜਾਵੇਗਾ ਤੇ ਬਿਨਾਂ ਸ਼ਸਤਰਾਂ ਤੋਂ ਗੁਰੂ ਸਾਹਿਬ ਤੇ ਸਿੰਘ ਸਾਡੇ ਨਾਲ ਕਿਸ ਤਰ੍ਹਾਂ ਟਾਕਰਾ ਕਰਨਗੇ। ਭਾਵ ਕਿ ਇਸ ਕਿਲੇ ਨੂੰ ਫਤਿਹ ਕਰਨ ਨਾਲ ਸਾਰੇ ਕਿਲਿਆਂ ਤੇ ਫਤਿਹ ਪ੍ਰਾਪਤ ਹੋ ਜਾਵੇਗੀ। ਦਰਿਆ ਸਤਲੁਜ ਦੇ ਕੰਢੇ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਤੇ ਇਸ ਕਿਲੇ ਦਾ ਨਾਮ ਰੱਖਿਆ ਗਿਆ ਕਿਲਾ ਹੋਲਗੜ੍ਹ ਸਾਹਿਬ। ਹੋਰਨਾਂ ਕਿਲਿਆਂ ਵਾਂਗ ਕਿਲਾ ਹੋਲਗੜ੍ਹ ਸਾਹਿਬ ਵੀ ਬਹੁਤ ਹੀ ਮਜ਼ਬੂਤ ਕਿਲਾ ਸੀ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰਤ ਸੁਹਾਵੀ ਤੇ ਹੋਲਾ ਮਹੱਲਾ ਖੇਡਦੇ ਰਹੇ। ਕਿਲਾ ਹੋਲਗੜ੍ਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਲੁਜ ਦਰਿਆ ਦੇ ਨਜ਼ਦੀਕ ਤਿਆਰ ਕਰਵਾਇਆ। ਦੁਸ਼ਮਣ ਜਿਸ ਸਮੇਂ ਹਮਲਾ ਕਰਦੇ ਤਾਂ ਇਸ ਕਿਲੇ ਵਿਚਲੇ ਸਿੰਘ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ, ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਭਾਗ ਪਹਿਲਾ ਦੇ ਵਿੱਚ ਕੀਤਾ ਹੈ। ਇਹ ਕਿਲਾ ਪਿੰਡ ਅਗੰਮਪੁਰ ਵਿਖੇ ਸਥਿਤ ਹੈ ਤੇ ਪਿੰਡ ਅਗੰਮਪੁਰ ਨੰਗਲ ਜਾਣ ਵਾਲੀ ਮੁੱਖ ਸੜਕ ਉੱਪਰ ਆਨੰਦਪੁਰ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਦੀ ਵਿੱਥ ਤੇ ਮੌਜੂਦ ਹੈ। ਕਿਲਾ ਲੋਹਗੜ੍ਹ ਤੋਂ ਇਸ ਦਾ ਫਾਸਲਾ ਕਰੀਬ 1 ਕਿਲੋਮੀਟਰ ਬਣਦਾ ਹੈ। 1 ਕਿਲੋਮੀਟਰ ਦੀ ਵਿੱਥ ਤੇ ਹੀ ਇੱਥੋਂ ਪੱਛਮ ਵਾਲੇ ਪਾਸੇ ਕਿਲਾ ਫਤਿਹਗੜ੍ਹ ਸਾਹਿਬ ਹੈ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਪੂਰਬੀ, ਦੱਖਣੀ ਅਤੇ ਪੱਛਮੀ ਸੀਮਾ ਇਹਨਾਂ 3 ਕਿਲਿਆਂ ਦੇ ਨਾਲ ਬਿਲਕੁਲ ਸੁਰੱਖਿਅਤ ਬਣਾ ਦਿੱਤੀ ਗਈ। ਗੁਰੂ ਸਾਹਿਬ ਇਸ ਕਿਲੇ ਵਿੱਚ ਮੁੱਖ ਤੌਰ ਤੇ ਹੋਲੇ ਮਹੱਲੇ ਸਮੇਂ ਸਿੰਘਾਂ ਦੇ ਜੰਗੀ ਕਰਤੱਵ ਕਰਾਇਆ ਕਰਦੇ, ਇਸ ਲਈ ਇਸ ਦਾ ਨਾਂ ਕਿਲਾ ਹੋਲਗੜ੍ਹ ਪੈ ਗਿਆ। ਇਹ ਕਿਲਾ
ਹੋਲਗੜ੍ਹ ਸਾਹਿਬ, ਜਿਹਦਾ ਨਾਮ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਹੋਲਾ ਮਹੱਲਾ ਖੇਡਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਭਾਰਤ ਦੀ ਬੁਜ਼ਦਿਲ ਡਰਪੋਕ ਹੋ ਚੁੱਕੀ ਕੌਮ ਦੇ ਅੰਦਰ ਜਜ਼ਬਾਤ, ਅਣਖ, ਗੈਰਤ ਅਤੇ ਦਲੇਰੀ ਭਰਨ ਦੇ ਲਈ ਬੜਾ ਵੱਡਾ ਯਤਨ ਕੀਤਾ ਔਰ ਸੂਰਬੀਰਾਂ ਦੇ ਅੰਦਰ ਸੂਰਮਤਾਈ ਭਰਨ ਦੇ ਵਾਸਤੇ ਜਿੱਥੇ ਜੰਗੀ ਵਾਰਾਂ, ਪਿਛਲੇ ਸੂਰਬੀਰਾਂ ਦੇ ਇਤਿਹਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਅਤੇ ਆਪਣੇ ਕਵੀ ਜਨਾਂ ਦੇ ਕੋਲੋਂ ਕਲਮਬੰਦ ਕਰਵਾਏ ਸਨ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਕਲੀ ਯੁੱਧ ਅਭਿਆਸ ਵੀ ਆਰੰਭ ਕੀਤੇ ਸਨ ਤਾਂ ਜੋ ਜਿਹੜੀ ਸੀ ਉਹ ਸਿੱਖਾਂ ਦੇ ਅੰਦਰ ਯੁੱਧ ਕਲਾ ਜਾਂ ਯੁੱਧ ਕਰਨ ਦੀ ਨੀਤੀ ਜਾਂ ਯੁੱਧ ਕਰਨ ਦੇ ਤਰੀਕੇ ਉਹ ਸਿੱਖੇ ਜਾ ਸਕਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਭਾਰਤ ਦੇ ਅੰਦਰ ਇੱਕ ਬੜੀ ਪ੍ਰਸਿੱਧ ਤਿਉਹਾਰ ਹੋਲੀ ਸੀ, ਜਦੋਂ ਲੋਕ ਇੱਕ ਦੂਜੇ ਦੇ ਉੱਪਰ ਗੰਦ ਪਾ ਕੇ ਜਾਂ ਅਸ਼ਲੀਲ ਹਰਕਤਾਂ ਕਰਕੇ ਉਹ ਲੋਕ ਆਪਣਾ ਮਨੋਰੰਜਨ ਕਰਦੇ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਉਸ ਹੋਲੀ ਨੂੰ ਹੋਲੇ ਮਹੱਲੇ ਦੇ ਰੂਪ ਦੇ ਵਿੱਚ ਇੱਕ ਨਵਾਂ ਸੰਦੇਸ਼, ਨਵਾਂ ਪੈਗਾਮ ਸਤਿਗੁਰੂ ਪਾਤਸ਼ਾਹ ਜੀ ਨੇ ਕੌਮ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲੀ ਨੂੰ ਹੋਲੇ ਮਹੱਲੇ ਦੇ ਰੂਪ ਦੇ ਵਿੱਚ ਤਬਦੀਲ ਕੀਤਾ। ਇਸ ਅਸਥਾਨ ਤੇ ਭਾਈ ਨੰਦ ਲਾਲ ਜੀ ਬਹੁਤ ਲੰਬਾ ਸਮਾਂ ਰਹਿ ਫਾਰਸੀ ਵਿੱਚ ਗੁਰੂ ਮਹਿਮਾ ਨਾਲ ਭਰਪੂਰ ਰਚਨਾਵਾਂ ਲਿਖਦੇ ਰਹੇ ਅਤੇ ਰਹਿਤਨਾਮਾ ਵੀ ਇੱਥੇ ਹੀ ਲਿਖਿਆ ਗਿਆ। ਇਹਨਾਂ ਲਿਖਤਾਂ ਨੂੰ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਨੂੰ ਭੇਂਟ ਕਰ ਖੁਸ਼ੀਆਂ ਪ੍ਰਾਪਤ ਕਰਦੇ ਸਨ। ਪਿੰਡ ਅਗੰਮਪੁਰ ਵਿੱਚ ਹੋਣ ਕਰਕੇ ਕਈ ਇਤਿਹਾਸਕਾਰਾਂ ਨੇ ਇਸ ਦਾ ਨਾਮ ਅਗੰਮਗੜ੍ਹ ਵੀ ਲਿਖਿਆ ਹੈ। ਅਨੰਦਪੁਰ ਸਾਹਿਬ 'ਚ ਚਰਨ ਗੰਗਾ ਦੇ ਕਰੀਬ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲ੍ਹਾ ਫਤਿਹਗੜ੍ਹ ਸਾਹਿਬ ਦੀ ਉਸਾਰੀ ਕਰਵਾਈ। ਸਿੱਖ ਇਤਿਹਾਸ ਦੇ ਵਿੱਚ ਕਿਲ੍ਹਾ ਫਤਿਹਗੜ੍ਹ ਸਾਹਿਬ ਦਾ ਬਹੁਤ ਵੱਡਾ ਨਾਮ ਹੈ ਤੇ ਖਾਸ ਕਰਕੇ ਬਹੁਤ ਸਾਖੀਆਂ ਇਸ ਕਿਲ੍ਹੇ ਦੇ ਨਾਲ ਜੁੜੀਆਂ ਹੋਈਆਂ ਹਨ। ਕਿਲ੍ਹਾ ਫਤਿਹਗੜ੍ਹ ਸਾਹਿਬ ਦਸਮ ਪਾਤਸ਼ਾਹ ਨੇ ਚਰਨ ਗੰਗਾ ਦੇ ਨੇੜੇ ਤਿਆਰ ਕੀਤਾ। ਇਹ ਕਿਲ੍ਹਾ ਵੀ ਹਜ਼ੂਰ ਨੇ ਅਨੰਦਪੁਰ ਸਾਹਿਬ ਦੀ ਰਾਖੀ ਲਈ ਤੇ ਜੋ ਦੁਸ਼ਮਣ ਚੜ ਕੇ ਆਉਂਦੇ ਸਨ ਉਹਨਾਂ ਦੇ ਨਾਲ ਟਾਕਰਾ ਕਰਨ ਲਈ ਹਰ ਪੱਖ ਤੋਂ ਬੜਾ ਮਜ਼ਬੂਤ ਬਣਾਇਆ। ਗੁਰੂ ਸਾਹਿਬ ਦੇ ਸਾਰੇ ਕਿਲ੍ਹੇ ਹੀ ਜੰਗੀ ਕਿਲ੍ਹੇ ਸਨ। ਇਸ ਤਰ੍ਹਾਂ ਇਸ ਕਿਲ੍ਹੇ ਵਿੱਚ ਵੀ ਮੋਰਚਾਬੰਦੀ ਬਣਾਈ ਹੋਈ ਸੀ। ਕੇਸਰੀ ਚੰਦ ਰਾਜਾ ਜੋ ਮਾਰੋ ਮਾਰ ਕਰਦਾ ਆਇਆ, ਜਿਹਨੇ ਇਹ ਪ੍ਰਣ ਕੀਤਾ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀਸ ਲੈ ਕੇ ਆਵਾਂਗਾ, ਪਰ ਜਿਨ੍ਹਾਂ ਤੇ ਹੋਵੇ ਗੁਰੂ ਦੀ ਬਖਸ਼ਿਸ਼ ਉਹ ਗੁਰੂ ਵੱਲ ਕਿਵੇਂ ਦੁਸ਼ਮਣ ਨੂੰ ਤੁਰਨ ਦੇ ਦੇਣਗੇ। ਭਾਈ ਉਦੇ ਸਿੰਘ ਜੀ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਤੀਸਰਾ ਕਿਲ੍ਹਾ ਫਤਿਹਗੜ੍ਹ ਸਾਹਿਬ ਪੇਸ਼ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਚਰਨਾਂ ਵਿੱਚ। ਫਤਿਹਗੜ੍ਹ ਸਾਹਿਬ ਕਿਲ੍ਹਾ ਜਿਹੜਾ ਹੈ ਨਾ, ਉਹ ਸਤਿਗੁਰਾਂ ਦਾ ਤੀਸਰਾ ਕਿਲ੍ਹਾ ਹੈ ਸੰਗਤ ਜੀ। ਉੱਥੇ ਜਦੋਂ ਜਾ ਕੇ ਸਤਿਗੁਰਾਂ ਦੇ ਪੇਸ਼ ਕੀਤਾ, ਸਤਿਗੁਰਾਂ ਨੇ ਉਸ ਕਿਲ੍ਹੇ ਦਾ ਨਾਂ ਫਤਿਹਗੜ੍ਹ ਜੰਗ ਫਤਿਹ ਹੋਣ ਤੇ ਰੱਖਿਆ। ਦੂਸਰਾ ਕਾਰਨ ਫਤਿਹਗੜ੍ਹ ਕਿਲ੍ਹੇ ਦਾ ਇਹ ਸੀ ਸੰਗਤ ਜੀ ਕਿ ਉਸ ਸਮੇਂ ਸਤਿਗੁਰਾਂ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦਾ ਜਨਮ ਵੀ ਉਹਨਾਂ ਦਿਨਾਂ ਵਿੱਚ ਹੀ ਹੁੰਦਾ ਹੈ। ਉਹ ਕਿਲ੍ਹੇ ਵਿੱਚ ਸੰਗਤ ਜੀ ਸਤਿਗੁਰੂ ਜੀ ਜਿੱਥੇ ਸ਼ਸਤਰ ਵਿੱਦਿਆ ਸਿਖਾਉਂਦੇ, ਉੱਥੇ ਸਤਿਗੁਰੂ ਦੀ ਕਿਰਪਾ ਸਦਕਾ ਨਾਮ ਬਾਣੀ ਦਾ ਅਭਿਆਸ ਵੀ ਕਰਾਉਂਦੇ। ਫਤਿਹਗੜ੍ਹ ਕਿਲ੍ਹਾ ਸਤਿਗੁਰਾਂ ਦਾ ਤੀਸਰਾ ਕਿਲ੍ਹਾ ਜੋ ਇਸ ਅਨੰਦਪੁਰ ਦੀ ਹਿਫਾਜ਼ਤ ਦੇ ਲਈ ਬਣਾਇਆ। ਇਸ ਕਿਲ੍ਹੇ ਵਿੱਚ ਗੁਰੂ ਪਾਤਸ਼ਾਹ ਨੇ ਮਾਲਵੇ ਦੇ ਸਿੰਘਾਂ ਨੂੰ ਦੁਸ਼ਮਣਾਂ ਦਾ ਟਾਕਰਾ ਕਰਨ ਲਈ ਛੱਡਿਆ। ਤਵਾਰੀਖ ਗੁਰੂ ਖਾਲਸਾ ਭਾਗ ਪਹਿਲੇ ਦੇ ਅਨੁਸਾਰ ਇਹਨਾਂ ਸਿੰਘਾਂ ਦੀ ਅਗਵਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਰ ਰਹੇ ਸਨ। ਰਾਜਾ ਭੂਪ ਚੰਦ ਹੰਡੂਰੀਏ ਨੇ ਪਹਾੜੀ ਰਾਜੇ ਤੇ ਨਾਲ ਗੁੱਜਰ ਰੰਗੜ ਇਕੱਠੇ ਕਰਕੇ ਜਿਸ ਵੇਲੇ ਇਸ ਕਿਲੇ ਉੱਪਰ ਹਮਲਾ ਕੀਤਾ ਤਾਂ ਇੱਥੇ ਕਮਸਾਨ ਦਾ ਜੰਗ ਹੋਇਆ। ਭਾਈ ਉਦੈ ਸਿੰਘ ਜੀ ਨੇ ਜਮਤੂਲਾ ਜੋ ਰੰਗੜਾਂ ਦਾ ਸਰਦਾਰ ਸੀ ਉਸ ਨੂੰ ਮਾਰ ਮੁਕਾਇਆ। ਉਸ ਦੀ ਲਾਸ਼ ਲੈਣ ਲਈ ਜਦੋਂ ਦੁਸ਼ਮਣ ਅੱਗੇ ਵਧੇ
ਤਾਂ ਭਾਈ ਮਾਨ ਸਿੰਘ ਨਿਸ਼ਾਨਚੀ ਨੇ ਉਸ ਦੀ ਲਾਸ਼ ਪਾਸ ਜਾ ਨਿਸ਼ਾਨ ਸਾਹਿਬ ਕੱਢਿਆ। ਉਧਰ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਮਾਨ ਸਿੰਘ ਉੱਪਰ ਹਮਲਾ ਕਰਨ ਲਈ ਅੱਗੇ ਆ ਵਧੇ। ਇਸ ਜੰਗ ਵਿੱਚ ਫਤਿਹ ਪ੍ਰਾਪਤ ਕਰਨ ਉਪਰੰਤ ਗੁਰੂ ਸਾਹਿਬ ਨੇ ਯੋਧਿਆਂ ਨੂੰ ਇਨਾਮ ਵੀ ਆਪ ਬਖਸ਼ੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਬਹਾਦਰੀ ਤੇ ਗੁਰੂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਭਾਈ ਮਾਨ ਸਿੰਘ ਜੀ ਨੂੰ ਵੀ ਗੁਰਦੇਵ ਪਾਤਸ਼ਾਹ ਨੇ ਅਨੇਕਾਂ ਬਖਸ਼ਿਸ਼ਾਂ ਕਰਕੇ ਨਿਵਾਜਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸਾਰੇ ਗਏ 5 ਕਿਲਿਆਂ ਦੇ ਵਿੱਚੋਂ 5ਵਾਂ ਕਿਲਾ ਸੀ ਕਿਲਾ ਤਾਰਾਗੜ੍ਹ ਸਾਹਿਬ। ਇਤਿਹਾਸ 'ਚ ਪਤਾ ਲੱਗਦਾ ਹੈ ਕਿ ਭਾਈ ਕਨ੍ਹਈਆ ਜੀ ਸਮੇਤ 500 ਬ੍ਰਹਮ ਗਿਆਨੀ ਇਸ ਮਹਾਨ ਅਸਥਾਨ ਤੇ ਤਪ ਕਰਦੇ ਸਨ ਤੇ ਬ੍ਰਹਮ ਗਿਆਨੀਆਂ ਨੂੰ ਪ੍ਰਸ਼ਾਦਾ ਛਕਾਉਣ ਦੇ ਲਈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਇਸ ਮਹਾਨ ਅਸਥਾਨ ਤੇ ਆਇਆ ਕਰਦੇ ਸਨ। ਭਾਈ ਕਾਨ ਸਿੰਘ ਜੀ ਨਾਭਾ ਦੀ ਲਿਖਤ ਮਹਾਨ ਕੋਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਸਮੇਂ ਅਨੰਦਪੁਰ ਸਾਹਿਬ ਦੀ ਰੱਖਿਆ ਲਈ ਕਿਲਾ ਤਾਰਾਗੜ੍ਹ ਤਿਆਰ ਕਰਵਾਇਆ, ਜਿਸ ਦੇ ਪਾਸ ਭਾਈ ਕਨ੍ਹਈਆ ਜੀ ਦੀਆਂ ਬੌਲੀਆਂ ਵੀ ਹਨ। ਇਸ ਕਿਲੇ ਦੀ ਸਥਿਤੀ ਸੈਨਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਹ ਕਿਲਾ ਤੁਰ ਕਹਿਲੂਰ ਦੀ ਰਿਆਸਤ ਦੇ ਅੰਦਰ ਜਾ ਕੇ ਉਸ ਰਸਤੇ ਉੱਪਰ ਉਸਾਰਿਆ ਜਿੱਥੋਂ ਦੀ ਕਹਿਲੂਰ ਦਾ ਰਾਜਾ ਆਸਾਨੀ ਨਾਲ ਹਮਲਾ ਕਰ ਸਕਦਾ ਸੀ। ਸਿੰਘਾਂ ਦਾ ਇੱਕ ਜੱਥਾ ਇੱਥੇ ਪੱਕੇ ਤੌਰ ਤੇ ਤਾਇਨਾਤ ਰਹਿੰਦਾ। ਇਹ ਜੱਥਾ ਅਨੰਦਪੁਰ ਸਾਹਿਬ ਤੋਂ ਦੂਰ ਬੈਠਾ ਦੁਸ਼ਮਣ ਦੇ ਚੜ੍ਹ ਕੇ ਆਉਣ ਦੀ ਅਗਾਊ ਸੂਚਨਾ ਭੇਜਦਾ। ਇਸ ਤਰ੍ਹਾਂ ਦੁਸ਼ਮਣ ਦੀ ਅਗਾਊ ਸੂਚਨਾ ਮਿਲਣ ਨਾਲ ਸਿੰਘ ਦੁਸ਼ਮਣਾਂ ਦਾ ਟਾਕਰਾ ਕਰਕੇ ਮਾਰ ਮੁਕਾਉਂਦੇ। ਇਹ ਕਿਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਰਾਖੀ ਵਾਸਤੇ ਪਹਾੜੀ ਰਾਜਿਆਂ ਦੇ ਹਮਲਿਆਂ ਤੋਂ ਅਨੰਦਪੁਰ ਸਾਹਿਬ ਨੂੰ ਸੁਰੱਖਿਅਤ ਰੱਖਣ ਲਈ ਪਹਾੜ ਵਾਲੀ ਸਾਈਡ ਤੇ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਨਿਰਮਾਣ ਕਰਵਾਇਆ ਸੀ। ਔਰ ਇਸ ਕਿਲੇ ਦੇ ਵਿੱਚ ਕੋਈ ਬਹੁਤੀ ਫੌਜੀ ਹਲਚਲ ਨਹੀਂ ਰਹਿੰਦੀ ਸੀ, ਕਿਉਂਕਿ ਇਸ ਪਾਸੇ ਤੋਂ ਹਮਲੇ ਤਕਰੀਬਨ ਬਹੁਤ ਘੱਟ ਹੋਏ ਹਨ। ਜਦੋਂ ਅਸੀਂ ਇਤਿਹਾਸ ਵਾਚਦੇ ਹਾਂ ਤਾਂ ਪਤਾ ਲੱਗਦਾ ਹੈ ਇੱਕ ਹੀ ਹਮਲਾ ਜਿਹੜਾ ਪਹਾੜੀ ਰਾਜਿਆਂ ਵੱਲੋਂ ਇਸ ਪਾਸੇ ਤੋਂ ਹੋਇਆ ਹੈ। ਇਸ ਕਰਕੇ ਇਸ ਕਿਲੇ ਦੇ ਵਿੱਚ ਰਹਿਣ ਵਾਲੇ ਸਾਰੇ ਗੁਰਸਿੱਖ ਨਾਮ ਬਾਣੀ ਦੇ ਬੜੇ ਰਸੀਏ ਹੋਏ ਹਨ। ਔਰ ਇਸ ਕਿਲੇ ਦੀ ਜਿਹੜੀ ਕਮਾਂਡ ਹੈ ਉਹ ਭਾਈ ਕਨ੍ਹਈਆ ਜੀ ਦੇ ਹੱਥਾਂ ਵਿੱਚ ਹੁੰਦੀ ਸੀ, ਜਿਹੜੇ ਭਾਈ ਕਨ੍ਹਈਆ ਜੀ ਬ੍ਰਹਮ ਮੂਰਤ ਸਨ, ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਦੁਸ਼ਮਣਾਂ ਨੂੰ ਪਾਣੀ ਪਿਆਉਣ ਦੀ ਸੇਵਾ ਕੀਤੀ ਔਰ ਨਾਲ-ਨਾਲ ਦੁਸ਼ਮਣਾਂ ਦੇ ਮਲਮ ਪੱਟੀ ਵੀ ਕਰਿਆ ਕਰਦੇ ਸਨ। ਇਸ ਹੀ ਸਥਾਨ ਦੇ ਨੇੜੇ ਹੀ ਭਾਈ ਕਨ੍ਹਈਆ ਜੀ ਦੀਆਂ ਉਹ ਪੁਰਾਤਨ ਬੌਲੀਆਂ, ਜਿਨ੍ਹਾਂ ਵਿੱਚੋਂ ਭਾਈ ਕਨ੍ਹਈਆ ਜੀ ਜਲ ਲੈ ਕੇ ਫੌਜ ਦੇ ਵਿੱਚ ਵਰਤਾਉਂਦੇ ਰਹੇ ਹੈ, ਉਹ ਵੀ ਅੱਜ ਕੱਲ੍ਹ ਮੌਜੂਦ ਹਨ। ਤਾਰਾਗੜ੍ਹ ਸਾਹਿਬ ਕਿਲਾ ਸੰਗਤ ਜੀ ਉਹ ਕਿਲਾ ਹੈ ਜੋ ਬਿਲਾਸਪੁਰ ਦੀਆਂ ਫੌਜਾਂ ਨੂੰ ਰਸਤੇ ਵਿੱਚ ਰੋਕਣ ਵਾਸਤੇ ਸਤਿਗੁਰਾਂ ਨੇ ਬਣਾਇਆ। ਉਸ ਕਿਲੇ ਤੇ ਜਿੱਥੇ ਫੌਜਾਂ ਦੇ ਨਾਲ ਜੰਗ ਯੁੱਧ ਹੁੰਦੇ ਤਾਂ ਉਸੇ ਕਿਲੇ ਦਾ ਇਤਿਹਾਸ ਜੁੜਿਆ ਹੈ ਭਾਈ ਕਨ੍ਹਈਆ ਜੀ ਦੇ ਨਾਲ, ਜਿੱਥੇ ਭਾਈ ਕਨ੍ਹਈਆ ਜੀ ਉਸੇ ਮੈਦਾਨ ਦੇ ਅੰਦਰ ਦੁਖੀਆਂ ਨੂੰ, ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਰਹੇ। ਉਸ ਕਥਨ ਨੂੰ ਸਿੱਧ ਕੀਤਾ, ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਾਈ। ਸੰਗਤ ਜੀ ਉਹ ਕਿਲਾ ਤਾਰਾਗੜ੍ਹ ਜਿੱਥੇ ਤਕਰੀਬਨ 500 ਦੇ ਵੱਧ ਬ੍ਰਹਮ ਗਿਆਨੀ ਅਜੱਪਾ ਜਾਪ ਕਰਦੇ ਰਹੇ, ਸਿਮਰਨ ਨਾਲ ਜੁੜੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਤੇ ਉੱਥੇ ਛਕਾ ਕੇ ਆਉਂਦੇ। ਬੜਾ ਮਹੱਤਵਪੂਰਨ ਕਿਲਾ। ਭਾਈ ਕਨ੍ਹਈਆ ਜੀ ਬੜੀ ਉੱਚੀ ਕਰਨੀ ਵਾਲੇ ਸਨ। ਉਹ ਗੁਰੂ ਕੇ ਪੂਰਨ ਬ੍ਰਹਮ ਗਿਆਨੀ ਸਿੱਖ ਸਨ। ਉਹਨਾਂ ਦਾ ਕੰਮ ਸੀ ਮੋਢੇ ਤੇ ਪਾਣੀ ਦੀ ਮਸ਼ਕ ਪਾ ਲੋਕਾਂ ਨੂੰ ਪਾਣੀ ਪਿਆਉਣਾ। ਕਈ ਵਾਰ ਉਹ ਵਰਦੀਆਂ ਗੋਲੀਆਂ ਵਿੱਚ ਫੱਟੜਾਂ ਵਾਸਤੇ ਪਾਣੀ ਲੈ ਪਹੁੰਚਦੇ ਤੇ ਤੜਫਦਿਆਂ ਨੂੰ ਪਾਣੀ ਪਿਲਾ ਸ਼ਾਂਤ ਕਰ ਦਿੰਦੇ। ਇੱਕ ਦਿਨ ਕੁਝ ਸਿੱਖਾਂ ਨੇ ਗੁਰੂ ਮਹਾਰਾਜ ਪਾਸ ਭਾਈ ਕਨ੍ਹਈਏ ਦੀ ਸ਼ਿਕਾਇਤ ਕੀਤੀ। ਗੁਰੂ ਸਾਹਿਬ ਸ਼ਿਕਾਇਤ ਸੁਣ ਭਾਈ ਕਨ੍ਹਈਏ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਮੈਨੂੰ ਤਾਂ ਹਰ ਇੱਕ ਵਿੱਚ ਹਜ਼ੂਰ ਦਾ ਹੀ ਦੀਦਾਰ ਹੁੰਦਾ ਏ। ਨਾ ਮੈਂ ਆਪਣੇ ਨੂੰ
ਤੇ ਨਾ ਮੈਂ ਕਿਸੇ ਦੁਸ਼ਮਣ ਨੂੰ, ਮੈਂ ਤਾਂ ਹਰ ਥਾਂ ਆਪ ਜੀ ਨੂੰ ਹੀ ਪਾਣੀ ਪਿਆਉਂਦਾ ਹਾਂ। ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਫਰਮਾਇਆ, ਭਾਈ ਕਨਈਆ ਆ ਲੈ ਮੱਲਮ ਦੀ ਡੱਬੀ, ਜਿਸ ਫੱਟੜ ਨੂੰ ਪਾਣੀ ਪਿਆਇਆ ਕਰੇ ਉਸ ਦੇ ਜ਼ਖਮਾਂ ਉੱਤੇ ਮੱਲਮ ਵੀ ਲਾ ਦਿਆ ਕਰੇ। ਇਸ ਅਸਥਾਨ ਤੇ ਬੋਰਡ ਤੇ ਜੋ ਇਤਿਹਾਸ ਲਿਖਿਆ ਏ ਉਸ ਅਨੁਸਾਰ ਭਾਈ ਕਨਈਆ ਜੀ ਨਾਲ 500 ਬ੍ਰਹਮ ਗਿਆਨੀ ਇੱਥੇ ਸਦਾ ਰਹਿੰਦੇ ਸਨ। ਹਜ਼ੂਰ ਇਹਨਾਂ ਨੂੰ ਕਈ ਵਾਰ ਆਪ ਆ ਕੇ ਹੱਥੀਂ ਪ੍ਰਸ਼ਾਦਾ ਛਕਾਉਂਦੇ ਸਨ। ਅੱਜ ਦੇ ਲਈ ਬਸ ਇੰਨਾ ਹੀ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ